ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। हाँ जी, सत श्रीकाल हर्ष, बहुत मेहरबानी सारे श्रोते दर्शकों ਨੂੰ ਜੀ ਆਇਆਂ ਨੂੰ ਜੀ। ਕੱਲ ਟੋਰਾਂਟੋ ਮੇਪਲ ਲੀਫਸ ਮੈਂ ਕਿਹਾ ਇਦਾਂ ਹੋਇਆ ਕਿ ਆਈ ਹੋਪ ਦੇ ਪਲੇ ਦ ਸੇਮ ਲਗਨ ਦੇ ਨਾਲ ਜਿੱਦਾਂ ਉਹਨਾਂ ਨੇ ਕੱਲ ਟੈਂਪਾ ਬੇ ਨੂੰ ਹਰਾਇਆ। ਐਂਡ ਅੱਜ ਮੈਂ ਵੀ ਜਰਸੀ ਪਾਈ, ਥੋੜੀ ਜੀ ਉਮੀਦ ਜੀ ਜਾਗ ਗਈ ਜੀ ਕਿ ਸ਼ਾਇਦ ਸਟੈਨਲੀ ਕੱਪ ਇਸ ਵਾਰ ਸਾਡੇ ਹੱਥ ਦੇ ਵਿੱਚ ਹੋਵੇ। ਯੈਸ, ਲੁਕਸ ਲਾਈਕ। ਚਲੋ ਜੀ, ਕੰਗ੍ਰੈਚੁਲੇਸ਼ਨਸ ਟੂ ਦ ਵਿਨਰਸ। ਬਟ ਜਿਹੜੇ ਟੀਮ ਤੁਹਾਨੂੰ ਪਤਾ ਵੀ ਰਹਿ ਜਾਂਦੀ ਆ ਆਉਂਦੇ ਮੈਦਾਨ ਦੇ ਵਿੱਚ, ਉਹ ਵੀ ਜਿੱਤਣ ਵਾਸਤੇ ਹੀ ਆ। ਹਾਂ, ਇਹ ਵੀ ਗੱਲ ਸਹੀ ਹੈ। ਸੋ ਇਹ ਅੱਜ ਵੀ ਗੇਮ ਜਿਹੜੀ ਆ ਉਹ ਫੇਅਰ ਹੋਣੀ ਚਾਹੀਦੀ ਆ। ਸੋ ਗੇਮ ਅੱਛੀ ਸੀ, ਇੰਟਰਸਟ ਆ ਜਿਹੜਾ ਜੀ ਦਰਸ਼ਕਾਂ ਦਾ ਬਣਿਆ ਰਿਹਾ। ਸੋ ਜੇਤੂ ਤਾਂ ਇੱਕ ਨੇ ਰਹਿਣਾ ਹੀ ਸੀ, ਆਪਾਂ ਜਿੱਤ ਗਏ, ਸੋ ਬਹੁਤ ਵਧਾਈਆਂ। ਜੀ ਜੌਲ ਸਾਹਿਬ, ਆਓ ਫਿਰ ਗੱਲਬਾਤ ਕਰੀਏ ਉਸ ਟੌਪਿਕ ਦੇ ਬਾਰੇ ਜੋ ਤੁਸੀਂ ਕਾਫੀ ਲੜੇ ਹੋ ਐਂਡ ਲੜ ਰਹੇ ਹੋ ਐਂਡ ਜਿੱਤ ਵੀ ਪ੍ਰਾਪਤ ਕੀਤੀ ਹੈ ਜੀ। LMIA ਇੱਕ ਅਜਿਹਾ ਹਾਦਸਾ ਵਾਪਰਿਆ ਜੀ, ਚੀਟਿੰਗ ਹੋਈ ਕਿਸੇ ਪਰਿਵਾਰ ਦੇ ਨਾਲ। ਜੋ LMIA ਇੱਕ ਇਮੀਗ੍ਰੇਸ਼ਨ ਸਿਸਟਮ ਜੋ ਲੋਕਾਂ ਨੂੰ ਠੱਗ ਰਹੇ ਸੀ, ਇੱਕ ਅਜਿਹਾ ਇਮੀਗ੍ਰੇਸ਼ਨ ਕੰਸਲਟੈਂਟ ਫਰਮ ਜੋ ਤੁਸੀਂ ਨਾਮ ਲਓਗੇ ਜੀ ਆਪਣੀ ਗੱਲਬਾਤ ਦੇ ਵਿੱਚ। BC ਦੇ ਵਿੱਚ ਇੱਕ ਕੋਰਟ ਦੇ ਵਿੱਚ ਇਹ ਚੱਕਰ ਚੱਲਿਆ ਐਂਡ ਕਾਫੀ ਵੱਡੀ ਤਾਦਾਦ ਦੇ ਵਿੱਚ ਜਿੱਥੇ ਕੈਸ਼ ਰਿਕਵਰ ਕੀਤਾ, ਉੱਥੇ ਉਹਨਾਂ ਦੇ ਘਰ ਬਾਰ, ਉਹਨਾਂ ਦੇ ਆਫਿਸਿਸ, ਉਹਨਾਂ ਦੀ ਗੱਡੀਆਂ ਵੀ ਸੀਜ਼ ਕੀਤੀ ਗਈਆਂ। ਕਾਫੀ ਵੱਡੀ ਤਾਦਾਦ ਦੇ ਵਿੱਚ ਇਹ ਵੱਡਾ ਫਰਾਡ ਸਾਹਮਣੇ ਆਇਆ। ਜੌਲ ਸਾਹਿਬ, ਇਹਦੀ ਕੀ ਡੀਟੇਲ ਦੇ ਵਿੱਚ ਖਬਰ ਹੈ ਜੀ? ਬਿਲਕੁਲ ਹਰਸ਼, ਇਸ ਤਰ੍ਹਾਂ ਜੀ ਵੀ ਇਹ ਆਪਣੇ ਆਪ ਦੇ ਵਿੱਚ ਐਗਜ਼ਾਮਪਲ ਆ, ਉਦਾਹਰਣ ਆ ਵੀ ਜਿਹੜਾ ਜੇ ਅਸੀਂ ਫੈਸਲਾ ਕੀਤਾ ਆਪਣੇ ਜੀਵਨ ਦੇ ਵਿੱਚ ਬੇਈਮਾਨ ਜਾਂ ਬੇਈਮਾਨਣ ਬਣਨ ਦਾ, ਫਿਰ ਉਹ ਜਾਣੀ ਸਫ਼ਰ ਜਿਹੜਾ ਨਰਕ ਤੋਂ ਨਰਕ ਤੱਕ ਦਾ ਜਾਰੀ ਰਹੂਗਾ ਜੀ। ਭਾਵੇਂ ਦੇਸ਼ ਅਸੀਂ ਟੈਚੀ ਚੁੱਕ ਕੇ ਤੇ ਨਵੇਂ ਸਮਾਨ ਦੇ ਭਰ ਕੇ ਤੇ ਸਰੀਰਾਂ ਤੇ ਨਵੇਂ ਕੱਪੜੇ ਪਾ ਕੇ ਜਿੰਨੇ ਮਰਜ਼ੀ ਬਦਲਦੇ ਫਿਰੀਏ, ਪਰ ਜੇ ਦਿਮਾਗਾਂ ਦੇ ਵਿੱਚ ਨਰਕ ਢੋ ਰਹੇ ਆ ਤੇ ਸਾਡੇ ਨਰਕ ਦਾ ਅੰਤ ਨਹੀਂ ਹੋ ਸਕਦਾ, ਕਿਉਂਕਿ ਜੀਵਨ ਹੈ ਕਰਮਾ ਸੇਤੀ ਖੇਤੀ, ਧਰਤੀ ਦਾ ਟੁਕੜਾ ਭਾਵੇਂ ਜਿਹੜਾ ਮਰਜ਼ੀ ਹੋਵੇ। ਸੋ ਉਸ ਲਿਹਾਜ਼ ਨਾਲ ਜੀ ਇਹ ਹੁਣ ਇੱਕ ਨਹੀਂ, ਜਾਣੀ ਕਿ ਟੱਬਰਾਂ ਦੇ ਟੱਬਰ ਹੀ ਆ। ਜਿਹੜਾ ਆਪਾਂ ਕਹਿੰਦੇ ਹੁੰਦੇ ਨਾ ਵੀ ਇੱਕ ਜੀ ਘਰ ਵਿੱਚ ਜੇ ਬੇਈਮਾਨ ਆ ਤੇ ਅਣਖ ਗੈਰਤ ਦੂਜੇ ਜਿਹੜੇ ਜਾਣੀ ਆਪਣੇ ਟੱਬਰ ਦੇ ਜੀ ਬਾਕੀ ਦੇ ਹੋਣ, ਉਹਨਾਂ ਦੀ ਵੀ ਪਤਾ ਨਹੀਂ ਮਰੀ ਰਹਿੰਦੀ ਜਾਂ ਕਿੱਧਰ ਨੂੰ ਗਈ ਰਹਿੰਦੀ ਵੀ ਉਹ ਆਪਣੇ ਜਾਣੀ ਕਿ ਇਹ ਅਪਰਾਧੀ ਬੇਈਮਾਨ ਜੀ ਦੇ ਪਰਦੇ ਕੱਢਣਗੇ ਤੇ ਕੱਢਣਗੀਆਂ ਇਹ ਨਹੀਂ, ਕਈ ਵਾਰੀ ਨਾਲ ਜਾਣੀ ਕਿ ਬਰਾਬਰ ਦੇ ਭਾਈਵਾਲ ਹੋਣਗੇ ਤੇ ਹੋਣਗੀਆਂ ਜੀ। ਇਹ ਹੁਣ ਕੇਸ ਜਾਣੀ ਬੜਾ ਹਾਈ ਪ੍ਰੋਫਾਈਲ ਆ। ਤੁਹਾਨੂੰ ਪਤਾ ਵੀ 5 ਸਾਲਾਂ ਦੀ ਆਪਣੀ ਜੰਗ ਆ ਇਸ LMIA ਦੀਆਂ ਬੇਈਮਾਨੀਆਂ ਦੀਆਂ ਗੰਦਗੀਆਂ ਨੂੰ ਠੱਲਣ ਦੇ ਲਈ। ਉਹਦੇ ਵਿੱਚ ਸਰਕਾਰੀ ਦਰਬਾਰੇ ਜਾਣੀ ਆਵਾਜ਼ਾਂ ਉਠਾਉਣਾ, ਉਹਨਾਂ ਦੀਆਂ ਵੀ ਜ਼ਮੀਰਾਂ ਨੂੰ ਹਲੂਣਾ ਦੇਣਾ ਵੀ ਤੁਸੀਂ ਸਿਸਟਮ ਐਸਾ ਖੋਲ ਕੇ ਬੈਠੇ ਆ ਜਿਹਨੂੰ ਵਰਤ ਕੇ ਜਾਣੀ ਕਿ ਠੱਗ ਤੇ ਠੱਗਣੀਆਂ, ਬੇਈਮਾਨ ਤੇ ਬੇਈਮਾਨਣੀਆਂ ਲੋੜਵੰਦਾਂ ਨੂੰ ਲੁੱਟ ਸਕਦੇ ਤੇ ਸਕਦੀਆਂ ਤੇ ਆਪਣੀਆਂ ਸ਼ਾਨਾਂ ਬਾਹਰੋਂ ਜਾਣੀ ਕਿ ਦਿਖਾ ਸਕਦੇ ਵੀ ਅਸੀਂ ਪਤਾ ਨਹੀਂ ਕਿੰਨੇ ਕੁ ਦਿਮਾਗਦਾਨ ਆ ਤੇ ਵੀ ਆਪਣੇ ਦਿਮਾਗ ਨਾਲ ਅਸੀਂ ਬੜੀਆਂ ਵੱਡੀਆਂ ਕੋਠੀਆਂ ਤੇ ਕਾਰਾਂ ਇੱਥੇ ਖਾਲੀ ਹੱਥ ਆ ਕੇ ਖੜੇ ਕਰ ਸਕਦੇ ਹਾਂ ਤੇ ਸਕਦੀਆਂ ਜੀ। ਲੋੜਵੰਦਾਂ ਨੂੰ ਲੁੱਟਣ ਦਾ ਰਾਹ ਜਿਹੜਾ ਜੀ ਵੀ ਉਹ LMIA ਦਾ ਸਿਸਟਮ ਗੌਰਮੈਂਟ ਬਣਾ ਕੇ ਬੈਠੀ ਸੀ ਵੀ ਉਹਨੂੰ ਨੱਥਣ ਦਾ ਕੰਮ ਆਪਾਂ ਜਿਹੜਾ ਜੀ ਵੀ ਉਹ 5 ਸਾਲਾਂ ਤੋਂ ਕਰ ਰਹੇ ਸੀਗੇ। ਇਸੇ ਤਹਿਤ ਫਿਰ ਜਾਣੀ ਕਿ ਇਹ ਕੁੰਡੀ ਦੇ ਵਿੱਚ ਫਸੇ ਸੀ 2 ਟੱਬਰ, ਜਿਹੜੇ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰੀ ਤੇ ਐਬਟਸਫੋਰਡ, ਹੁਣ ਸਵਰਗ ਵਰਗੇ ਸੁੰਦਰ ਸ਼ਹਿਰ ਆ ਹਨਾ, ਉੱਥੇ ਜਾ ਕੇ ਅਸੀਂ ਆਪ ਨਰਕ ਸਿਰਜ ਕੇ ਤੇ ਬਾਅਦ ਚ ਨੁਕਸ ਸਰੀ ਤੇ ਐਬਟਸਫੋਰਡ ਚ ਕੱਢਣ ਲੱਗ ਜਾਈਏ ਵੀ ਇਹ ਚੰਗੇ ਨਹੀਂ ਸ਼ਹਿਰ। ਸੋ ਮੈਂ ਹੈਰਾਨ ਆ ਵੀ ਜਾਣੀ ਇਹਨਾਂ ਸੁੰਦਰ ਸ਼ਹਿਰਾਂ ਦੇ ਵਿੱਚ ਕੰਪਨੀਆਂ ਬਣਾ ਕੇ ਇਮੀਗ੍ਰੇਸ਼ਨ ਦੀਆਂ, ਕੰਸਲਟੈਂਸੀ ਦੀਆਂ, ਤੇ ਅਸੀਂ ਲੁੱਟਾਂ ਮਾਰਾਂ ਕਰੀਏ ਕੈਨੇਡਾ ਦੇਸ਼ ਦੇ ਸਿਸਟਮ ਨਾਲ, ਇਮੀਗ੍ਰੇਸ਼ਨ ਨਾਲ, LMIA ਨਾਲ, ਤੇ ਲੁੱਟੀਏ ਨਵੇਂ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਸਾਡੇ ਵਾਂਗੂ ਹੀ ਜਿੱਦਾਂ ਇੱਕ ਦਿਨ ਆਪਾਂ ਖਾਲੀ ਹੱਥ ਆਏ ਸੀ, ਉਹਨਾਂ ਦਾ ਵੀ ਦਿਲ ਕਰਦਾ ਵੀ ਇਸ ਮੁਲਕ ਦਾ ਸਵਰਗ ਅਸੀਂ ਵੀ ਮੰਨ ਲਈਏ ਤੇ ਅਸੀਂ ਜਾਣੀ ਕਿ ਉਹਨਾਂ ਵਾਸਤੇ ਦੁਕਾਨਦਾਰੀ ਖੋਲ ਲਈ ਹਨਾ। ਇਹ ਹੁਣ ਦੁਕਾਨਦਾਰੀ ਫਿਰ ਇਹਨਾਂ ਦੀ ਫੜ ਹੋਈ ਸੀ 2018 ਤੋਂ, ਵੈਸੇ ਪੂਰੇ ਸ਼ਿਕੰਜੇ ਦੇ ਵਿੱਚ ਆ। CBSA ਨੇ ਮਤਲਬ ਆਪਣੀ ਬੜੀ ਡੀਟੇਲ ਦੇ ਵਿੱਚ ਇਹਨਾਂ ਤੇ ਇਨਵੈਸਟੀਗੇਸ਼ਨ ਆ ਜਿਹੜੀ ਖੋਲੀ ਸੀਗੀ। ਫਿਰ ਇਹਨਾਂ ਦੇ ਜਾਣੀ ਕਿ ਜਿਹੜੇ ਬੇਈਮਾਨੀਆਂ ਦੇ ਅੱਡੇ ਇਹਨਾਂ ਨੇ ਸਥਾਪਿਤ ਕੀਤੇ ਸੀਗੇ ਵੀ ਇਮੀਗ੍ਰੇਸ਼ਨ ਦੇ ਜੀ, ਕੰਸਲਟੈਂਟ ਅਸੀਂ ਦਫ਼ਤਰ ਬਣਾਇਆ ਜੀ, ਘਰਾਂ ਤੋਂ ਵੀ ਕੰਮ ਚੱਲਦਾ ਹੈ ਜੀ। ਸੋ ਜਗ੍ਹਾ ਜਗ੍ਹਾ ਛਾਪੇ ਮਾਰੇ
ਤੇ ਫਿਰ ਇਹਨਾਂ ਕੋ ਜਾਣੀ $6 ਲੱਖ ਦੇ ਕਰੀਬ ਤਾਂ ਕੈਸ਼ ਹੀ ਫੜ ਹੋਇਆ ਅਰਸ਼, $6 ਲੱਖ। ਵਾਓ। ਹਾਂਜੀ, ਤੇ ਇਹਦੇ ਨਾਲ ਹੀ ਫਿਰ ਜਾਣੀ ਕਿ ਬਈ ਖਾਤਾ ਵੀ ਇਹਦੇ ਕੋਲ ਕਿੰਨੇ ਲਏ ਵਗੈਰਾ, ਜਿੱਦਾਂ ਆਪਾਂ ਉੱਥੇ ਭਾਰਤ ਵਿੱਚ ਚਲਾਉਂਦੇ, ਤੁਹਾਡੇ ਡੈਡ ਨੂੰ ਪਤਾ ਬਈ ਖਾਤੇ, ਤੇ ਉਹ ਸਾਰੇ ਹਿਸਾਬ ਕਿਤਾਬ ਜਾਣੀ ਕਿ ਵੀ ਕਾਰਾਂ ਦੇ ਵਿੱਚ, ਗੱਡੀ ਦੇ ਵਿੱਚੋਂ ਵੀ ਕੈਸ਼ ਫੜ ਹੋਇਆ, ਹਨਾ। ਵਾਓ। ਇਸ ਕਰਕੇ ਇਹ ਆ ਵੀ ਜਦੋਂ ਏਦਾਂ ਦੀਆਂ ਧਾਂਦਲੀਆਂ ਵਾਲਾ ਦਿਮਾਗ ਅਸੀਂ ਗੰਦਾ ਇੱਥੇ ਲੈ ਕੇ ਆਵਾਂਗੇ ਤੇ ਗੰਦਗੀ ਆਪਣੇ ਜੀਵਨ ਵਿੱਚ ਵੀ ਸਿਰ ਜਾਾਂਗੇ, ਇਸ ਮੁਲਕ ਦੇ ਵਿੱਚ ਵੀ ਸਿਉਂਕ ਤੇ ਭੁਣ ਬਣ ਕੇ ਅਸੀਂ ਜਾਣ ਕੇ ਖਿਲਰਾਂਗੇ, ਇੱਥੇ ਵੀ ਸਵਰਗ ਨੂੰ ਅਸੀਂ ਨਰਕੀ ਬਣਾਵਾਂਗੇ। ਸੋ ਇਹ ਦੇਖੋ ਜੀ ਵੀ ਹੁਣ ਟੱਬਰਾਂ ਦੇ ਟੱਬਰ ਕਹਿਣ ਨੂੰ ਤਾਂ ਆਪਾਂ ਕਹਿੰਦੇ ਆ ਵੀ ਕੁਲਦੀਪ ਕੌਰ ਹੈ ਜੀ, ਵੀ ਇਹ ਇਮੀਗ੍ਰੇਸ਼ਨ ਕੰਸਲਟੈਂਟ ਸੀ ਕੁਲਦੀਪ ਕੌਰ ਜੀ, ਨਾਲ ਸੀਗਾ ਹਸਬੈਂਡ ਹਰਨੇਕ ਸਿੰਘ ਪੰਨੂ। ਇੱਕ ਤਾਂ ਇਹ ਕਪਲ ਆ, ਦੂਸਰਾ ਕਪਲ ਹੈ ਹਸਬੈਂਡ ਵਾਈਫ ਵਿਪਨ ਦੱਤਾ ਤੇ ਉਹਦੀ ਵਾਈਫ ਰੀਤੂ। ਹਾਂਜੀ, ਸੋ ਇਹਨਾਂ ਨੇ ਜਾਣੀ ਕਿ ਵੀ ਇਹ ਜਿਹੜੀਆਂ ਕੰਪਨੀਆਂ ਆਪਣੀਆਂ ਸਥਾਪਿਤ ਕੀਤੀਆਂ ਸੀਗੀਆਂ, ਫਾਰ ਈਸਟ ਕੰਸਲਟੈਂਟਸ ਤੇ ਦੂਸਰੀ ਸੀਗੀ CEC ਇਮੀਗ੍ਰੇਸ਼ਨ ਸਰਵਿਸਿਜ਼, ਇਹ ਬਣਾ ਕੇ ਜਾਣੀ ਕਿ ਇਹ LMIA ਦੇ ਸਿਸਟਮ ਨੂੰ ਚੀਟ ਕਰਨਾ, ਵਰਕ ਪਰਮਿਟ ਦਾ ਬਾਕੀ ਦਾ ਜਿੰਨਾ ਵੀ ਸਾਰਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਧੋਖੇ ਧੜੀਆਂ ਘੋਲੋਂ ਹੀ ਜਾਣੀ ਕਿ ਵੀ ਉਹ ਕਾਗਜ਼ ਪੱਤਰ ਬਣਾ ਲੈਣੇ। ਜਿਸ ਤਰ੍ਹਾਂ ਆਪਾਂ ਕਹਿ ਹੀ ਰਹੇ ਹਾਂ ਵੀ ਇਹ ਪੇ ਸਟੱਬਸ ਦੇ ਕਹ ਲਓ ਵੀ ਸਕੈਮਸ ਚੱਲਦੇ ਆ, ਕਾਨੂੰਨ ਦੇ ਮਾਹਰਾਂ ਦੇ ਦਫ਼ਤਰਾਂ ਦੇ ਵਿੱਚ ਵੀ ਜਾਣੀ ਕਿ ਕੋਲੋਂ ਹੀ ਚੈੱਕ ਬਣਾ ਕੇ ਦੇ ਦਿਓ, ਵਰਕਰ ਕੋਈ ਜੌਬ ਹੈ ਹੀ ਨਹੀਂ ਹੈ, ਕਾਗਜ਼ਾਂ 'ਚ ਉਹਨੂੰ ਜੌਬ ਤੇ ਰੱਖਿਆ ਹੋਇਆ ਹੈ। ਤੇ ਅੱਛਾ, ਜਿਹੜਾ ਟੈਕਸ ਗਵਰਨਮੈਂਟ ਨੂੰ ਤੁਸੀਂ ਦੇਖੋ ਤਮਾਸ਼ਾ, ਸਾਡਾ ਗੰਦਾ ਦਿਮਾਗ ਖਰਾਬ ਕਿੰਨਾ ਹੈ। ਤੇ ਸਕੀਮ ਇਹ ਘੜੀ ਆ ਕਿ ਜਿਹੜਾ ਵਰਕਰ ਦੀ ਤਨਖਾਹ ਬੈਨੀਫਿਟ ਦੇਣੇ ਆ, ਜਿਹੜਾ ਟੈਕਸ ਵੀ ਦੇਣਾ ਆ, ਉਹ ਵਰਕਰ ਹੀ ਦਊਗਾ ਚੈੱਕ ਲਿਖ ਕੇ। ਉਹ ਫਿਰ ਵਰਕਰ ਜਿਹੜਾ ਜਾਣੀ ਕਿ ਇਹ ਗੰਦੇ ਲੋਕਾਂ ਨੂੰ ਬੇਈਮਾਨ ਤੇ ਬੇਈਮਾਨਣੀਆਂ ਨੂੰ ਦਊਗਾ ਲਿਖ ਕੇ, ਉਹਦੇ ਵਿੱਚੋਂ ਜਾਣੀ ਕਿ ਉਹ ਕਾਗਜ਼ਾਂ 'ਚ ਹੀ ਸ਼ੋਅ ਕਰ ਦੇਣਗੇ ਵੀ ਆ ਇਹਨੂੰ ਤਨਖਾਹ ਦਿੱਤੀ ਆ। ਵਾਹ, ਸਾਡੇ ਡਰਾਮੇ ਦੇਖੋ, ਅਸੀਂ ਸਵਰਗ ਮੰਨਣ ਆਏ ਆ। ਉਹ ਕੋਈ ਕੈਨੇਡੀਅਨ ਬੋਰਨ ਵੀ ਹੈ ਜੋ ਏਦਾਂ ਕਰ ਰਿਹਾ ਇੱਥੇ, ਕੋਈ ਕੈਨੇਡੀਅਨ ਟ੍ਰੇਨਡ ਪ੍ਰੋਫੈਸ਼ਨਲ ਵੀ ਹੈਗਾ ਜਿਹੜਾ ਏਦਾਂ ਕਰ ਰਿਹਾ ਤੇ ਕਰ ਰਹੀ ਆ, ਦੱਸੋ ਕਿੰਨੇ ਆ। ਤੇ ਆ ਹੁਣ ਮੈਂ ਹੈਰਾਨ ਆ ਜਾਣੀ ਕਿ ਅਸੀਂ ਆਏ ਕਿਹੜੇ ਕੰਮ ਸੀ, ਤੁਸੀਂ ਘਰ ਕਿਹੜੇ ਕੰਮ ਰਹੇ ਆ। ਆਪਣੇ ਲੋਕਾਂ ਨੂੰ ਲੁੱਟ ਰਹੇ ਆ, ਜਦੋਂ ਕਿਤੇ ਖਾਲੀ ਹੱਥ ਆ ਕੇ ਇੱਥੇ ਜਾਣੀ ਕਿ ਅੱਟ ਹੌਸਲੇਬਾਜ਼ੀ ਸਥਾਪਿਤ ਕਰਕੇ ਬਿਜ਼ਨਸ ਅਸੀਂ ਜਾਣੀ ਆਪਣੇ ਲੋਕਾਂ ਨੂੰ ਲੁੱਟ ਰਹੇ ਆ ਜੀ। ਉਹ ਆਪਾਂ ਨੂੰ ਅਰਸ਼ ਸਸਕਾਚਵਨ ਤੋਂ ਆਡੀਓ ਦੇ ਵਿੱਚ ਨੌਜਵਾਨ ਕੀ ਕਹਿੰਦਾ ਸੀਗਾ, ਉਹ ਕਹਿੰਦਾ ਸੀਗਾ ਹਾਂਜੀ ਵੀ ਇਹ ਗੱਲ ਸਾਬਤ ਹੋ ਗਈ ਆ ਵੀ ਜਿਹੜੇ ਪੁਰਾਣੇ ਆਏ ਹੋਏ ਲੋਕ ਸੀ ਉਹੀ ਨਵੇਂ ਆਏ ਹੋਏ ਲੋਕਾਂ ਨੂੰ ਲੁੱਟ ਰਹੇ ਆ। ਕੈਨੇਡਾ ਜਾਂ ਕੈਨੇਡਾ ਦੇ ਲੋਕ ਉਹਨਾਂ ਨੂੰ ਕੁਛ ਨਹੀਂ ਕਹਿੰਦੇ, ਠੀਕ ਆ। ਸੋ ਇਸ ਕਰਕੇ ਇਹ ਆ ਜੀ ਵੀ ਉਹ ਕੰਮ ਵੀ ਅਸੀਂ ਪੀੜ੍ਹੀ ਦਰ ਪੀੜ੍ਹੀ ਚਲਾਇਆ ਹੋਇਆ ਜੀ। ਬੇਈਮਾਨ ਦੀ ਔਲਾਦ ਵੀ ਬੇਈਮਾਨ ਹੋਊਗੀ, ਗਾਂ ਉਹਦੇ ਨਿਆਣੇ ਵੀ LMIਆਂ ਵਿੱਚ ਮਤਲਬ ਜਿਹੜਾ ਬਿਜ਼ਨਸ ਟੇਕ ਓਵਰ ਕਰਨਗੇ, ਜੋ ਉਸ ਬਿਜ਼ਨਸ 'ਚ ਚੱਲਦਾ ਉਹੀ ਗਾਂ ਅਗਲੀ ਨਸਲ ਨੇ ਕਰਨਾ। ਤੇ ਇਹ ਏਦਾਂ ਸਸਕਾਚਵਨ ਵਰਗੇ ਸਵਰਗ ਵਰਗੇ ਏਰੀਆ ਦੇ ਵਿੱਚ ਅਸੀਂ ਕਰ ਰਹੇ ਹਾਂ, ਗੰਦਗੀਆਂ ਖਿਲਾਰ ਰਹੇ ਹਾਂ। ਸੋ ਕਹਿਣ ਦਾ ਮਤਲਬ ਇਹ ਆ ਜੀ ਵੀ ਆਪਣੇ ਆਪ ਦੇ ਵਿੱਚ ਇਹ ਪ੍ਰਾਈਮ ਐਗਜ਼ਾਮਪਲ ਆ ਕਿ ਜੇ ਅਸੀਂ ਇਸ ਮੁਲਕ ਦੇ ਵਿੱਚ ਆ ਕੇ ਆਏ ਸੀ ਡਰਾਮਾ ਕਰਨ ਵੀ ਉੱਥੇ ਪੰਜਾਬ 'ਚ ਬੇਈਮਾਨੀਆਂ ਬਹੁਤ ਆ, ਭਾਰਤ ਸਾਡੇ ਵਾਸਤੇ ਚੰਗਾ ਨਹੀਂ ਆ ਜੀ, ਅਸੀਂ ਨਿਰੇ ਖਰੇ ਸੋਨੇ ਦੇ ਲੋਕ ਆ ਤੇ ਸਾਡੇ ਲਈ ਪੰਜਾਬ ਭਾਰਤ ਠੀਕ ਨਹੀਂ, ਅਸੀਂ ਕੈਨੇਡਾ ਚੱਲੀਏ। ਤੇ ਹੁਣ ਦੇਖ ਲਓ ਵੀ ਸਾਡੇ ਵਿੱਚੋਂ ਤੇ ਫਿਰ ਇੱਕ ਵੀ ਨਹੀਂ ਸੀ ਇਹੋ ਜਿਹਾ ਹੋਣਾ ਚਾਹੀਦਾ ਤੇ ਹੋਣੀ ਚਾਹੀਦੀ, ਇੱਕ ਵੀ ਨਹੀਂ ਸੀ ਜੀ, ਕਿਉਂਕਿ ਅਸੀਂ ਕਿਸੇ ਹੋਰ ਕੰਮ ਆਏ ਸੀ। ਅਸੀਂ ਲੁੱਟਾਂ ਮਾਰਾਂ ਨਹੀਂ ਸੀ ਕਰਨ ਆਏ, ਅਸੀਂ ਬੇਈਮਾਨੀਆਂ ਨਹੀਂ ਸੀ ਕਰਨ ਆਏ, ਅਸੀਂ ਸ਼ਰਾਬਾਂ ਪੀ ਕੇ ਗੱਡੀਆਂ ਚਲਾਉਣ ਨਹੀਂ ਸੀ ਆਏ। ਪਰ ਜੇ ਇੱਕ ਨੇ ਵੀ ਏਦਾਂ ਕੀਤਾ ਤੇ ਮਤਲਬ ਉਹ ਖੋਟਾ ਸੋਨਾ ਸੀ, ਉਹ ਖਰਾ ਸੋਨਾ ਨਹੀਂ ਸੀ ਜੀ। ਸੋ ਤਦ ਕਰਕੇ ਇਹ ਆ ਜੀ ਵੀ ਹੁਣ ਇਹਨਾਂ ਛੇਆਂ ਤੇ ਕਾਰਵਾਈ ਬੜੀ ਸਖਤ ਹੈ। ਆਪਾਂ ਇਹ ਵੀ ਨਸੀਹਤ ਆਉਂਦੀ ਹੈ, ਜਿਹੜਾ ਅਕਸਰ ਗੱਲ ਬਣਾ ਲੈਂਦੇ ਆ ਵੀ ਇੱਥੇ ਪੁਲਿਸਾਂ ਜੱਜ ਕੁਛ ਕਰਦੇ ਨਹੀਂ, ਆਪਾਂ ਕਹਿੰਦੇ ਹੁੰਦੇ ਵੀ ਕਿਸੇ ਦੇਸ਼ ਦੇ ਵਿੱਚ ਪੁਲਿਸਾਂ ਜੱਜ ਇਸ ਕਰਕੇ ਨਹੀਂ ਹੁੰਦੇ ਵੀ ਉਹ ਕੁਛ ਨਾ ਕਰਨ, ਤੇ ਨਾ ਕੋਈ ਦੇਸ਼ ਨੰਬਰ 1 ਇਸ ਕਰਕੇ ਹੁੰਦਾ ਵੀ ਉੱਥੇ ਜੱਜ ਤੇ ਪੁਲਿਸਾਂ ਕੁਛ ਕਰਦੇ ਨਹੀਂ। ਉਹ ਕਰਦੇ ਆ, ਉਹਨਾਂ ਦੀ ਕਈ ਵਾਰੀ ਲਾਠੀ ਬੜੀ ਬੇਆਵਾਜ਼ ਹੁੰਦੀ ਆ ਤੇ ਉਹਨਾਂ ਦੀ ਦਾੜ ਥੱਲੇ ਜੇ ਕੋਈ ਆ ਜਾਏ ਨਾ ਤੇ ਉਹਨੂੰ ਚਿੱਥ ਪੀ ਜਾਣੀ ਉਹ ਪੂਰਾ ਹੀ ਦਿੰਦੇ ਆ। ਤੇ ਹੁਣ ਇਹ ਚਿੱਥ ਪੀ ਕਿੱਦਾਂ ਹੋਏ ਆ ਵੀ ਜਿਹੜੀਆਂ ਬੇਈਮਾਨੀਆਂ ਦੇ ਨਾਲ ਇਹਨਾਂ ਨੇ ਕੋਠੀਆਂ ਘਰ ਜਾਇਦਾਦਾਂ ਇਹ ਰਕਮਾਂ ਜਾਣੀ ਕਿ ਇਕੱਠੀਆਂ ਕੀਤੀਆਂ ਸੀ, ਉਹ ਸਾਰਾ ਜ਼ਬਤ ਕਰਨ ਲਈ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਨੇ ਜਾਣੀ ਕੋਰਟ ਦੇ ਵਿੱਚ ਕਲੇਮ ਪਾਇਆ ਇਹਨਾਂ ਦੇ ਅਗੇਂਸਟ ਜੀ। ਇਹ ਸਾਰਾ ਕੁਝ ਇਹਨਾਂ ਨੂੰ ਵਾਪਸ ਨਹੀਂ ਮਿਲਣਾ ਚਾਹੀਦਾ, ਕਿਉਂਕਿ ਸਰਕਾਰੀ ਸਿਸਟਮਾਂ ਨੂੰ ਲੁੱਟ ਕੇ ਇਹਨਾਂ ਨੇ ਇਹ ਸਭ ਕੁਝ ਆਪਣੀਆਂ ਜਾਇਦਾਦਾਂ ਖੜੀਆਂ ਕੀਤੀਆਂ। ਇਹ ਸਰਕਾਰ ਨੂੰ ਹੀ ਵਾਪਸ ਮਿਲ ਜਾਣਾ ਚਾਹੀਦਾ, ਕਿਉਂਕਿ LMIA ਕਿਸੇ ਦੀ ਪ੍ਰਾਪਰਟੀ ਥੋੜੋ ਆ। LMIA ਪ੍ਰਾਪਰਟੀ ਗਵਰਨਮੈਂਟ ਆਫ ਕੈਨੇਡਾ ਦੀ ਆ,
ਇਹ ਸਿਰਫ ਇੱਕ ਸਹੂਲਤ ਆ ਇੰਪਲੋਇਰ ਵਾਸਤੇ। ਜੇ ਉਹਦਾ ਰੌਲਾ ਹੋਵੇ ਵੀ ਮੈਨੂੰ ਇੱਥੋਂ ਵਰਕਰ ਨਹੀਂ ਮਿਲਦੇ, ਕਿ ਤੇਰਾ ਬਿਜ਼ਨਸ ਨਾ ਰੁਕ ਜਾਏ, ਸਹੂਲਤ ਦਿੰਨੇ ਆ ਵੀ ਤੂੰ ਫੋਰਨ ਤੋਂ ਜਿੱਥੋਂ ਤੈਨੂੰ ਵਰਕਰ ਮਿਲਦਾ ਰੱਖ ਲਓ। ਉਹਦੀ ਫੀਸ ਆ $1000। ਕਾਨੂੰਨ ਦੇ ਵਿੱਚ ਲਿਖਿਆ ਵੀ ਉਹ ਫੀਸ $1000 ਇੰਪਲੋਇਰ ਨੇ ਦੇਣੀ ਹੈ। ਜੇ ਇੰਪਲੋਇਰ ਆਪ ਐਪਲੀਕੇਸ਼ਨ ਨਹੀਂ ਕਰ ਸਕਦਾ, ਉਹ ਸਿੰਪਲ ਫਾਰਮ ਹੀ ਭਰਨੇ ਆ, ਤੇ ਫਿਰ ਜੇ ਉਹਨੇ ਵਕੀਲ ਜਾਂ ਕੰਸਲਟੈਂਟ ਦੀ ਉਹਨੂੰ ਲੋੜ ਆ ਤੇ ਉਹਦੀ ਫੀਸ ਵੀ ਇੰਪਲੋਇਰ ਨੇ ਦੇਣੀ ਹੈ। ਕਾਨੂੰਨ ਦੇ ਵਿੱਚ ਲਿਖਿਆ ਹੋਇਆ ਬੜਾ ਸਾਫ਼ ਵੀ ਵਰਕਰ ਵਾਸਤੇ LMIA ਦੀ ਫੀਸ $0 ਹੈ, ਸਿਫਰ ਹੈ, ਮੁਫਤ ਹੈ ਬਿਲਕੁਲ। ਤੇ ਉਹ ਵਰਕਰ ਨੂੰ ਮੁਫਤ ਮਿਲਣੀ ਚਾਹੀਦੀ। ਇੱਕ ਆਨਾ ਵੀ ਨਹੀਂ ਉਹਦੇ ਕੋਲ ਲਿਆ ਜਾ ਸਕਦਾ ਵਰਕਰ ਕੋਲੋਂ। ਅੱਛਾ, ਤੇ ਵਰਕਰ ਨੇ ਜੇ ਉਹ ਬਾਹਰਲੇ ਮੁਲਕ ਵਿੱਚ ਹੈ, ਸਿਰਫ ਉਹਨੇ ਜਾਣੀ ਆਪਣੇ ਵਰਕ ਪਰਮਿਟ ਦੀ ਫੀ ਗਵਰਨਮੈਂਟ ਨੇ ਉਹ ਕੋਲ ਲੈਣੀ ਆ $150 ਤੇ ਜਾਂ ਉਹਨੇ ਆਪਣੀ ਟਿਕਟ ਖਰਚਣੀ ਆ ਬਸ। ਹੋਰ ਵਰਕਰ ਦਾ ਕੋਈ LMIA ਤੇ ਖਰਚਾ ਨਹੀਂ ਹੋਣਾ ਚਾਹੀਦਾ। ਜੇ ਤੇ ਹੁਣ ਅਸੀਂ ਸਾਫ਼ ਦਿਮਾਗ ਨਾਲ ਚੱਲੀਏ ਤੇ ਫਿਰ ਤੇ ਇੰਨਾ ਕੀ ਉਹਦਾ ਹੋਣਾ ਚਾਹੀਦਾ ਜੀ। ਪਰ ਜੇ ਹੁਣ ਅਸੀਂ ਕੁੰਡੀਆਂ ਲਾਉਣੀਆਂ, ਅਸੀਂ ਆ ਮਤਲਬ ਚੈੱਕ ਸਕੀਮਾਂ ਜਾਨੀ ਟੈਕਸ ਤਾਰ, ਉਹ ਕਰ, ਵਰਕਰ ਰੱਖਿਆ ਹੀ ਨਹੀਂ, ਜੋਬ ਹੈ ਹੀ ਨਹੀਂ, ਕੋਲੋਂ ਚੈੱਕ ਲਿਖ ਲਿਖ ਕੇ ਕਾਗਜ਼ੀ ਕਾਰਵਾਈਆਂ ਕਰੀ ਜਾ ਰਹੇ, ਬਈ ਖਾਤੇ ਆਪਣੇ ਦਫ਼ਤਰ ਖੋਲੇ ਆ ਵੀ ਅਸੀਂ ਲਾ ਦੇ ਬੜੇ ਐਕਸਪਰਟ ਆ। ਗੰਦਗੀਆਂ ਦੇਖੋ ਸਾਡੇ ਦਿਮਾਗਾਂ ਦੀਆਂ। ਸੋ ਇਸ ਕਰਕੇ ਕਾਨੂੰਨਾਂ ਨੂੰ, ਇੱਥੋਂ ਦੇ ਸਿਸਟਮਾਂ ਨੂੰ ਅਸੀਂ ਆ ਕੇ ਤੋੜਿਆ ਮਰੋੜਿਆ। ਇਹ ਸਵਰਗ ਵਰਗਾ ਮੁਲਕ ਨਾ ਢਿੱਲੇ ਕਾਨੂੰਨਾਂ ਕਰਕੇ ਹੀ ਸੀ, ਸਾਡੇ ਆਉਣ ਤੱਕ ਨਹੀਂ ਸੀ ਖਰਾਬ। ਤੇ ਫਿਰ ਹੁਣ ਜੇ ਹੁਣ ਖਰਾਬ ਹੋ ਗਿਆ ਉਹੀ ਸਿਸਟਮ, ਤੇ ਨੁਕਸ ਵੀ ਦੇਖਿਆ ਜਾਣਾ ਚਾਹੀਦਾ ਵੀ ਉਹ ਕਿੱਥੇ ਆ ਜੀ। ਉਹ ਕਿਤੇ ਨਾ ਕਿਤੇ ਸਿਰਾਂ ਦੇ ਅੰਦਰ ਆ, ਜਿਹੜੇ ਕਿ ਇਹਨਾਂ ਕਾਨੂੰਨਾਂ ਸਿਸਟਮਾਂ ਨੂੰ ਦੁਰਵਰਤੋਂ ਕਰਦੇ ਆ। ਤੇ ਹੁਣ ਆ ਅਕਲਦਾਨ ਦੇਣ ਦੀ ਕੋਸ਼ਿਸ਼ ਹੈ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਕਿ ਬੇਈਮਾਨ ਤੇ ਬੇਈਮਾਨਣੀ ਜਿਹੜੀ ਹੋਏਗੀ, ਉਹਦਾ ਨਰਕ ਤੋਂ ਨਰਕ ਤੱਕ ਦਾ ਸਫ਼ਰ ਜਾਰੀ ਰਹੇਗਾ, ਜਿੱਥੇ ਤੱਕ ਮਰਜ਼ੀ ਉਹ ਭੱਜ ਲਵੇ। ਸੋ ਸਾਰਾ ਕੁਝ ਜਿਹੜਾ ਇਹਨਾਂ ਨੇ ਜੀ ਬੇਈਮਾਨੀਆਂ ਨਾਲ ਇਕੱਠਾ ਕੀਤਾ ਸੀ, ਉਹ ਸਰਕਾਰ ਚਾਹੁੰਦੀ ਆ ਵੀ ਜ਼ਬਤ ਕੀਤਾ ਜਾਵੇ। ਤੇ ਉਹ ਲੱਦਿਆ ਪਹਿਲੀ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂ, ਚਾਵਲਾ ਸਾਹਿਬ, ਜੋਲ ਸਾਹਿਬ ਤੋਂ ਇਹ ਪੁੱਛਣਾ ਚਾਹੁੰਦੇ, ਜਿਹੜੇ ਵੀਜ਼ੇ ਸੀ ਨਾ ਟੂਰਿਸਟ ਵੀਜ਼ੇ T1 T2 ਜੀ, ਉਹ ਇਹਨਾਂ ਨੇ ਬਹਾਲ ਕੀਤੇ ਨੇ ਕੈਨੇਡੀਅਨ ਦੇ। ਅਗਲੀ ਖਬਰ ਜੀ ਉਹੀ ਹੈ ਜੀ। ਅੱਛਾ ਜੀ, ਥੈਂਕ ਯੂ ਸੋ ਮਚ ਜੀ। ਥੈਂਕ ਯੂ ਸੋ ਮਚ ਜੀ। ਜੋਲ ਸਾਹਿਬ, ਜਿਹੜੇ ਤੁਹਾਨੂੰ ਪਤਾ ਹੀ ਹੈ ਹੁਣ ਜਿਹੜੇ ਵੀਜ਼ੇ ਨੇ, ਲੌਂਗ ਟਰਮ ਵੀਜ਼ਾ ਇਸ਼ੂ ਟੂਰਿਜ਼ਮ ਦੇ ਵਾਸਤੇ ਹਾਲੇ ਵੀ ਸਸਪੈਂਡਡ ਨੇ। ਹਾਂ ਬਿਲਕੁਲ ਅਰਸ਼, ਇਸ ਤਰ੍ਹਾਂ ਜੀ ਵੀ ਨਾ ਹਜੇ ਕੋਈ ਜਾਣੀ ਨਜ਼ਰ ਹੀ ਆਉਂਦੀ ਸੰਭਾਵਨਾ ਵੀ ਇਹ ਬਹਾਲ ਹੋ ਜਾਣਗੇ ਜੀ। ਸੋ ਜਿਹੜੇ ਇਹ ਇੱਕ ਤੇ ਆਪਾਂ ਵੀਜ਼ਾਸ ਲਏ ਸੀ, ਆਨਲਾਈਨ ਇਨਫੋਰਮੇਸ਼ਨ ਭਰ ਕੇ ਪ੍ਰਿੰਟ ਆਊਟ ਕੱਢਿਆ ਸੀ, ਉਹ 5-5 ਸਾਲਾਂ ਦੇ ਵੀ ਨਹੀਂ ਰੀਇਨਸਟੇਟ ਹੋਏ। ਤੇ ਦੂਸਰਾ ਇਹਦੇ ਨਾਲ ਵੀ ਜਿਹੜੇ ਇਹ ਪੇਪਰ ਵੀਜ਼ਾ, ਸਟਿੱਕਰ ਵੀਜ਼ਾ, ਪਾਸਪੋਰਟਸ ਲੱਗੇ ਹੋਏ ਸੀਗੇ, ਉਹਨਾਂ ਵਿੱਚ ਹੁਣ ਮੈਜੋਰਿਟੀ ਜਿਹੜੇ ਉਹ ਵੀਜ਼ਾਸ ਆ ਉਹ ਜਿਸ ਤਰ੍ਹਾਂ ਦੱਸ ਕੇ ਗਏ ਕਾਲਰ ਵੀ ਉਹ ਟੂਰਿਜ਼ਮ ਵਾਸਤੇ ਆ, ਤੇ ਉਹ T1 ਵੀ ਹੋ ਸਕਦੇ, T2 ਵੀ ਹੋ ਸਕਦੇ ਆ। ਜੇ ਜਾਣੀ ਕਿ T ਨਾਲ ਆ ਤੇ ਟੂਰਿਸਟ ਲਿਖਿਆ ਤੇ ਫਿਰ ਉਹ ਨਹੀਂ ਰੀਇਨਸਟੇਟ ਹੈਗੇ, ਉਹਨਾਂ ਤੇ ਟਰੈਵਲ ਨਹੀਂ ਕੀਤਾ ਜਾ ਸਕਦਾ। ਤੇ ਇਹ ਕੈਨੇਡੀਅਨ ਸਿਟੀਜ਼ਨਸ ਵਾਸਤੇ ਇੱਦਾਂ ਆ ਵੀ ਜਿਹੜੇ ਇੰਡੀਆ ਦੀ ਗਵਰਨਮੈਂਟ ਨੇ 156 ਮੁਲਕਾਂ ਵਾਸਤੇ ਤੇ ਉਹ ਵੀਜ਼ਾ ਖੋਲ ਦਿੱਤਾ, ਪਰ ਕੈਨੇਡੀਅਨ ਸਿਟੀਜ਼ਨ ਵਾਸਤੇ ਨਹੀਂ ਖੋਲਿਆ। ਤੇ ਅਜੇ ਤੱਕ ਇਹ ਨਹੀਂ ਦੱਸਿਆ ਵੀ ਇੱਦਾਂ ਕਿਉਂ ਆ, ਕੈਨੇਡਾ ਦੇ ਲੋਕਾਂ ਨੂੰ ਇਹ ਸਜ਼ਾ ਕਿਉਂ ਆ ਜੀ। ਸੋ ਕੁੱਲ ਮਿਲਾ ਕੇ ਲੇਕਿਨ ਕਿ ਹੁਣ ਅਜੇ ਸਮੇਂ ਦੀ ਸੱਚਾਈ ਇਹੀ ਹੈ ਜੀ ਵੀ ਮਾਰਚ 2020 ਤੋਂ ਪਹਿਲਾਂ ਦੇ ਇਹ ਇਸ਼ੂ ਹੋਏ ਸਾਰੇ ਜਿਹੜੇ ਵੀਜ਼ਾਸ ਲੌਂਗ ਟਰਮ ਹੈਗੇ ਆ ਟੂਰਿਜ਼ਮ ਪਰਪਸ ਵਾਸਤੇ, ਉਹ ਅੰਟਿਲ ਫਰਦਰ ਨੋਟਿਸ ਸਸਪੈਂਡਡ ਆ, ਉਹਨਾਂ ਤੇ ਟਰੈਵਲ ਨਹੀਂ ਕੀਤਾ ਜਾ ਸਕਦਾ। ਤੇ ਦੂਸਰਾ ਇਹ ਹੈ ਜੀ ਵੀ ਇਹ ਜਿਹੜਾ ਹੁਣ ਨਵਾਂ ਜਾਣੀ ਵੀਜ਼ਾ ਅਪਲਾਈ ਕਰਨਾ ਹੋਵੇ, ਉਹਦੇ ਵਾਸਤੇ ਵੀ ਪ੍ਰੋਸੈਸਿੰਗ ਟਾਈਮ, ਕਈ ਵਾਰੀ ਆਪਾਂ ਟਿਕਟ ਪਹਿਲੋਂ ਲੈ ਲੈਂਦੇ ਹਾਂ, ਪਰ ਉਹਨਾਂ ਨੇ ਉੱਥੇ ਲਿਖ ਕੇ ਵੈਬਸਾਈਟ ਤੇ ਵੀ ਪਾਇਆ ਹੋਇਆ ਕਿ ਵੀ ਟਿਕਟ ਕੋਈ ਬਹਾਨਾ ਨਹੀਂ ਹੈਗਾ ਵੀ ਹੁਣ ਮੇਰੀ ਫਲਾਈਟ ਦੀ ਤਰੀਕ ਆ ਗਈ ਆ ਤੇ ਫਟਾਫਟ ਪਾਸਪੋਰਟ ਮੇਰਾ ਮਿਲ ਜਾਵੇ। ਪਹਿਲਾਂ ਆਪਣਾ ਵੀਜ਼ਾ ਅਰੇਂਜ, ਜਦੋਂ ਸਾਰਾ ਤੁਹਾਡਾ ਟਰੈਵਲ ਡਾਕੂਮੈਂਟ ਤੁਹਾਡੇ ਰੈਡੀ ਆ ਹੱਥ ਜੀ, ਉਸ ਤੋਂ ਬਾਅਦ ਟਿਕਟ ਦਾ ਕੰਮ ਜਿਹੜਾ ਉਹ ਸ਼ੁਰੂ ਕਰਨਾ। ਤੇ ਐਮਰਜੈਂਸੀ ਆ ਸਿਰਫ ਤੇ ਸਿਰਫ ਜਿਹੜਾ ਜੀ ਕਿ ਉਹ ਕੋਈ ਡੈਥ ਹੋ ਗਈ ਆ ਤਾਂ ਬਿਲਕੁਲ ਕਲੋਜ਼ ਫੈਮਿਲੀ ਦੇ ਵਿੱਚ ਜੋ ਕਿ ਸੀਰੀਅਸ ਇਲਨੈਸ ਦਾ ਕੇਸ ਆ ਤੇ ਇਹ ਡੈਥ ਆ, ਇਹ ਐਮਰਜੈਂਸੀ ਸਮਝੀ ਜਾਂਦੀ ਆ। ਵਿਆਹ ਤੇ ਜਾਣਾ ਉਹ ਕੋਈ ਐਮਰਜੈਂਸੀ ਨਹੀਂ ਹੈ, ਭੈਣ ਭਰਾਵਾਂ ਨੂੰ ਅੰਡਰਸਟੈਂਡ ਕਰਨਾ ਪੈਣਾ ਕਿ ਵਿਆਹ ਤੇ ਜਾਣਾ ਕੋਈ ਐਮਰਜੈਂਸੀ ਨਹੀਂ ਆ। ਐਮਰਜੈਂਸੀ ਸਿਰਫ ਦੋ ਹੀ ਆ, ਕੋਈ ਡੈਥ ਹੋ ਗਈ ਕਲੋਜ਼ ਫੈਮਿਲੀ ਮੈਂਬਰ ਦੇ ਵਿੱਚ ਜਾਂ ਕੋਈ ਸੀਰੀਅਸ ਇਲਨੈਸ ਆ, ਹੋਰ ਐਮਰਜੈਂਸੀ ਵੀ ਕੋਈ ਨਹੀਂ। ਸੋ ਰੈਗੂਲਰ ਐਮਰਜੈਂਸੀ ਜਿਹੜੀ ਆ ਫਿਰ ਅਦਰਵਾਈਜ਼ ਅਸੀਂ ਕੋਈ ਬਣਾਈ ਹੋਵੇ ਆਪਣੇ ਕੋਲੋਂ, ਤੇ ਉਹਦੇ ਲਈ ਫਿਰ ਇਹ ਨੋਰਮਲ ਪ੍ਰੋਸੈਸ ਦੇ ਥਰੂ ਹੀ ਆਮ ਤੌਰ ਤੇ ਜਾਣਾ ਪੈਂਦਾ। ਸੋ 30 ਦਿਨ 1 ਮਹੀਨਾ ਜਿਹੜਾ ਜੀ ਪੀ ਉਹ ਵੀਜ਼ਾ ਮਿਲਣ ਨੂੰ ਲੱਗ ਸਕਦਾ, 45 ਦਿਨ 1.5 ਮਹੀਨਾ ਵੀ ਲੱਗਦਾ ਕਈ ਵਾਰੀ।
ਸੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਇੰਨਾ ਕੁ ਸਮਾਂ ਜਿਹੜਾ ਉਹ ਲੈ ਕੇ ਚੱਲਣਾ ਚਾਹੀਦਾ। ਪਰ ਆਪਾਂ ਤੇ ਸਦਾ ਹੀ ਕਹਿੰਦੇ ਆ ਵੀ ਥੋੜਾ ਜਿਹਾ ਸਿਚੁਏਸ਼ਨ ਇੱਕ ਪਾਸੇ ਆਪਾਂ ਪਹਿਲਾਂ ਬਹੁਤ ਉਤਾਵਲੇ ਸੀ ਵੀ ਕੈਨੇਡਾ ਆਈਏ ਜੀ, ਕਿ ਠੀਕ ਹੈ ਕਿ ਪਿੱਛੇ ਸਾਡੀਆਂ ਜੜ੍ਹਾਂ ਨੇ, ਪਰ ਹਾਲਾਤ ਇਸ ਵੇਲੇ ਆਪਾਂ ਦੇਖ ਰਹੇ ਹਾਂ ਕਿ 8-8 9-9 ਘੰਟੇ ਦਾ ਬਿਜਲੀ ਦਾ ਕੱਟ ਹੈ, 45-46 ਡਿਗਰੀ ਸੈਂਟੀਗ੍ਰੇਡ ਤੱਕ ਦਾ ਤਾਪਮਾਨ ਹੈ। ਕੱਲ੍ਹ ਦੀਆਂ ਖਬਰਾਂ ਇਹ ਸੀਗੀਆਂ ਕਿ ਉੱਤਰੀ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੀ ਸ਼ਾਇਦ ਇਸ ਵੇਲੇ ਕੁਦਰਤ ਆ ਜਿਹੜੀ ਉਹ ਇਮਤਿਹਾਨ ਲੈ ਰਹੀ ਆ ਕਿ ਕਿੰਨੇ ਕੁ ਤਾਪਮਾਨ ਦੇ ਵਿੱਚ ਹਿਊਮਨ ਬੋਡੀ ਆ ਜਿਹੜੀ ਉਹ ਜੀਂਦੀ ਰਹਿ ਸਕਦੀ ਆ। ਹਾਂਜੀ, 46-47 ਡਿਗਰੀ ਸੈਂਟੀਗ੍ਰੇਡ ਤੱਕ ਪਾਕਿਸਤਾਨ ਦੇ ਕਈ ਇਲਾਕਿਆਂ ਦੇ ਸੀਗਾ। ਇੱਦਾਂ ਹੀ ਜਾਣੀ ਕਿ ਉੱਥੇ ਜਿਹੜਾ ਨਾਰਥ ਇੰਡੀਆ ਦੇ ਵਿੱਚ ਸਪੈਸ਼ਲੀ ਜਾਣੀ ਇਹ ਪੰਜਾਬ ਆ, ਹਰਿਆਣਾ ਆ, ਯੂਪੀ ਆ, ਰਾਜਸਥਾਨ ਆ, ਜਾਣੀ ਬਹੁਤ ਕਹਿਰ ਦੀ ਜਿਹੜੀ ਗਰਮੀ ਦਾ ਜੀ ਕਿ ਲੋਕਾਂ ਨੂੰ ਉੱਥੇ ਸਾਹਮਣਾ ਆ। ਸੋ ਤਰ੍ਹਾਂ ਤਰ੍ਹਾਂ ਦੇ ਹਾਲਾਤ ਆਪਣੇ ਸਾਹਮਣੇ ਆ ਤੇ ਉਹਦੇ ਬਾਵਜੂਦ ਵੀ ਜੇ ਜਾਣੀ ਅਸੀਂ ਉੱਥੇ ਘੁੰਮਣ ਫਿਰਨ ਜਾਣਾ ਚਾਹੁੰਦੇ, ਉਹ ਵੀ ਬੱਚਿਆਂ ਨੂੰ ਨਾਲ ਲੈ ਕੇ, ਉਦੋਂ ਉਹਨਾਂ ਦਾ ਸਕੂਲ ਦਾ ਤੇ ਪੜ੍ਹਾਈਆਂ ਦਾ ਬੜਾ ਵੈਲਿਊਏਬਲ ਟਾਈਮ ਆ। ਇਹ ਡਿਸੀਜਨ ਜਿਹੜਾ ਜੀ ਆਪਾਂ ਬਣਾਉਂਦੇ ਆ ਬਹੁਤ ਕੇਅਰਫੁਲੀ ਆਪਾਂ ਬਣਾਈਏ। ਪਰ ਦੂਸਰੇ ਪਾਸੇ ਸਿਚੁਏਸ਼ਨ ਦੇ ਹਿਸਾਬ ਨਾਲ ਇਹ ਹੈ ਜੀ ਕਿ ਵੀਜ਼ਾ ਜਿਹੜੇ ਪੁਰਾਣੇ ਮਿਲੇ ਹੋਏ ਆ ਉਹ ਹਜੇ ਵੀ ਸਸਪੈਂਡਡ ਹੈਗੇ ਆ। ਇਲੈਕਸ਼ਨਸ ਓਨਟਾਰੀਓ ਵੱਲੋਂ ਸੂਚਨਾ ਜੀ, ਕੱਲ ਨੂੰ ਵੋਟਰਸ ਜਿਹੜੇ ਐਡਵਾਂਸ ਪੋਲਿੰਗ ਹੈ, ਜਿਹੜੇ ਬੈਲਟ ਬਾਈ ਮੇਲਸ ਉਹ ਭੇਜੇ ਜਾਣਗੇ ਤੇ ਵੋਟਰਸ ਵਿਲ ਬੀ ਏਬਲ ਟੂ ਰਿਕੁਐਸਟ ਅ ਬੈਲਟ ਮਈ 27 ਤੱਕ ਤੇ ਜਿਹੜੇ 10 ਦਿਨ ਐਡਵਾਂਸ ਪੋਲਿੰਗ ਹੈ ਉਹ ਵੀ ਬਹੁਤ ਜਲਦ, ਪਹਿਲਾਂ 5 ਦਿਨ ਹੁੰਦੇ ਸੀ, ਹੁਣ ਇਹ 10 ਦਿਨ ਉਹਨਾਂ ਨੇ ਦਿੱਤਾ ਤੁਹਾਨੂੰ, ਬਿਕਾਜ਼ ਹੁਣ ਕੋਈ ਬਹਾਨਾ ਨਹੀਂ ਹੋਵੇਗਾ ਕਿ ਅਸੀਂ ਲੇਟ ਹੋ ਚੁੱਕੇ ਹਾਂ ਜਾਂ ਇਹ ਹੋ ਚੁੱਕੇ ਹਾਂ। ਤੁਹਾਡੇ ਕੋਲ 10 ਦਿਨ ਨੇ ਜੀ ਐਡਵਾਂਸ ਵੋਟਿੰਗ ਲਈ, ਜੋ ਕਿ ਜੂਨ 2 ਨੂੰ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੋਣ ਜਾ ਰਹੇ ਨੇ ਜੀ। ਬਿਲਕੁਲ ਜੀ ਅਰਸ਼ੇਕ, ਤੇ ਅੱਜ ਦਾ ਦਿਨ ਬੜਾ ਅਹਿਮ ਹੈ ਕਿਉਂਕਿ ਇਲੈਕਸ਼ਨ ਦੀ ਗੱਲ ਕਰਦਿਆਂ ਤੇ ਬਹੁਤ ਸਮਾਂ ਹੋ ਗਿਆ ਤੇ ਹੁਣ ਸਿਰ ਤੇ ਆ ਗਈ ਆ ਜੀ। ਅੱਜ ਪ੍ਰੀਮੀਅਰ ਡਗਫੋਰਡ ਜਿਹੜੇ ਆ ਜੀ 3 ਵਜੇ ਉਹਨਾਂ ਦੀ ਜਿਹੜਾ ਡੇਲੀ ਸਕੈਜੂਅਲ ਆ ਉਹਦੇ ਹਿਸਾਬ ਨਾਲ ਉਹਨਾਂ ਨੇ ਮਿਲਣਾ। ਗਵਰਨਰ ਸਾਡੇ ਲੈਫਟੀਨੈਂਟ ਗਵਰਨਰ ਨੇ ਜੋ ਐਲਿਜ਼ਾਬੈਥ ਡਾਊਡਸਵੈਲ, ਉਹਨਾਂ ਸਿਫਾਰਿਸ਼ ਉਹਨਾਂ ਨੇ ਰਸਮੀ ਤੌਰ ਤੇ ਕਰਨੀ ਆ ਵੀ ਭੰਗ ਕਰ ਦਿਓ ਵਿਧਾਨ ਸਭਾ ਤੇ ਅਗਲੀ ਇਲੈਕਸ਼ਨ ਆ ਜਿਹੜੀ ਉਹ ਕਰਾ ਦਿਓ ਤੇ ਫਿਰ ਉਹਦੇ ਲਈ ਰਿਟ ਆ ਜਿਹੜੀ ਜੀ ਬਕਾਇਦਾ ਤੌਰ ਤੇ ਡਰੋਪ ਹੋਏਗੀ ਤੇ ਕੱਲ ਤੋਂ ਆਫੀਸ਼ੀਅਲੀ ਜਿਹੜਾ ਜੀ ਪੀ ਉਹ ਕੈਂਪੇਨ ਪੀਰੀਅਡ ਉਹਦੇ ਵਿੱਚ 28 ਦਿਨ ਦਾ ਇਹ ਸ਼ੁਰੂ ਹੋ ਜਾਊਗਾ ਤੇ ਫਿਰ ਜਿਹੜੇ ਲੌਨਸ ਦੇ ਵਿੱਚ ਜਾਂ ਬਾਕੀ ਜਗ੍ਹਾ ਜਗ੍ਹਾ ਤੇ ਸਾਈਨ ਜਿਹੜੇ ਭੈਣ ਭਰਾਵਾਂ ਨੇ ਲਵਾਉਣ ਲਈ ਕਿਹਾ ਹੋਏਗਾ ਆਪਣੇ ਕੈਂਡੀਡੇਟਸ ਨੂੰ, ਉਹ ਲੱਗਣੇ ਸ਼ੁਰੂ ਹੋ ਜਾਣਗੇ। ਤੇ ਵੈਸੇ ਹੀ ਲੱਗਦਾ ਵੀ ਕੰਪੇਨ ਜਿਹੜੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜ਼ਿਆਦਾ ਹੁੰਦੀ ਹੈ ਜੀ। ਉੱਦਾਂ ਵੀ ਲੋਕਾਂ ਦਾ ਕਾਫੀ ਮੂੰਹ ਭੰਗ ਹੋਇਆ ਸਾਈਨਸ ਤੋਂ, ਹਨਾ। ਲੋਕ ਕਈ ਵਾਰੀ ਇੱਕ ਪਾਰਟੀ ਵਾਲੇ ਲਗਾ ਜਾਣ ਤੇ ਦੂਜੇ ਵਾਲੇ ਫਿਰ ਉਹਨਾਂ ਨੂੰ ਉਹ ਜਿਸ ਤਰ੍ਹਾਂ ਦਾ ਇੱਥੇ ਚੱਲਦਾ ਹੀ ਆ। ਸੋ ਉਹਦੇ ਕਰਕੇ ਬਹੁਤ ਸਾਰੇ ਲੋਕ ਜਾਣੀ ਕਹਿੰਦੇ ਆ ਵੀ ਸਪੋਰਟ ਤਾਂ ਕਰ ਦਾਂਗੇ ਪਰ ਸਾਈਨ ਤੁਸੀਂ ਰਹਿਣ ਦਿਓ। ਇਸ ਕਰਕੇ ਲੱਗਦਾ ਵੀ ਇਹ ਯਾਰ ਵੈਸੇ ਸਾਈਨਾਂ ਦਾ ਕਲਚਰ ਜਿਹੜਾ ਖਰਚਾ ਨਾ ਜੀ ਵੀ ਫਜ਼ੂਲ ਹੈ। ਹਾਂਜੀ ਬਿਲਕੁਲ, ਤੁਸੀਂ ਤਾਂ ਜਾਣਦੇ ਹੀ ਹੋ ਜੋਲ ਸਾਹਿਬ, ਹਨਾ। ਲੋਕ ਜਿਹੜੇ ਭੈਣ ਭਰਾ ਗਲੀ ਮੁਹੱਲੇ ਪਿੰਡਾਂ 'ਚ ਜਾਣਦੇ ਹੀ ਹੁੰਦੇ ਆ ਵੀ ਜੇ ਕਿਸੇ ਨੇ ਕੁਛ ਕੀਤਾ ਤੇ ਉਹਦਾ ਪਤਾ ਹੀ ਹੁੰਦਾ ਉਸ ਵਿਅਕਤੀ ਦਾ ਜੀ। ਤੇ ਹੁਣ ਜੇ ਤੁਸੀਂ 28 ਦਿਨ ਸਾਈਨ ਲਾ ਕੇ ਕਹੋ ਵੀ ਪਹਿਲਾਂ 4 ਸਾਲ ਤੁਸੀਂ ਲੱਭੇ ਨਹੀਂ ਕਿਤੇ, ਇਸ ਕਰਕੇ ਭੈਣ ਭਰਾ ਜਿਹੜੇ ਨਾ ਵੀ ਉਹ ਲੋਕ ਥੋੜਾ ਜਿਹਾ ਕਈ ਵਾਰੀ ਮਹਿਸੂਸ ਕਰਦੇ ਆ ਵੀ ਜਦੋਂ ਫਿਰ ਵੱਖਰੀਆਂ ਪਾਰਟੀਆਂ ਦੇ ਲੋਕ ਉਹਨਾਂ ਨੂੰ ਆ ਕੇ ਤੰਗ ਕਰਦੇ ਆ, ਬੇਨਤੀਆਂ ਕਰਦੇ ਆ। ਚਲੋ ਬਹੁਤ ਕਿਸੇ ਨਾਲ ਲਿਹਾਜ਼ ਹੋਵੇ, ਸਪਸ਼ਟ ਤੌਰ ਤੇ ਛਾਤੀ ਠੋਕ ਕੇ ਸਪੋਰਟ ਕਰ ਰਹੇ ਹੋ ਫਿਰ ਤੇ ਠੀਕ ਹੈ ਜੀ। ਪਰ ਉਦਾਂ ਜਾਣ ਕੇ ਇਨ ਜਨਰਲ ਜਿਹੜਾ ਜੀ ਵੀ ਇਹ ਮੈਂ ਸਮਝਦਾ ਆਪਣੇ ਨਿੱਜੀ ਤੌਰ ਤੇ ਵੀ ਜਿਹੜਾ ਇਹ ਸਾਈਨਾਂ ਦਾ ਕਲਚਰ ਹੈ ਖਤਮ ਹੀ ਹੋਣਾ ਚਾਹੀਦਾ, ਪੁਰਾਣਾ ਹੋ ਗਿਆ ਹੁਣ। ਤੇ ਸੋਸ਼ਲ ਮੀਡੀਆ ਜਾਂ ਹੋਰ ਜਾਣੀ ਕਿ ਪੀਪਲ ਟੂ ਪੀਪਲ ਕੰਟੈਕਟ ਆ ਜਿਹੜਾ ਜੀ ਵੀ ਉਹ ਇਹ ਇਲੈਕਸ਼ਨ ਕੰਪੇਨ ਦੇ ਵਿੱਚ ਜ਼ਿਆਦਾ ਮੈਟਰ ਕਰਦਾ। ਸਾਈਨ ਕੋਈ ਏਡੀ ਵੱਡੀ ਗੱਲ ਨਹੀਂ ਹੈ। ਸੋ ਸਾਈਨਾਂ ਤੇ ਭੈਣ ਭਰਾਵਾਂ ਨੂੰ ਸਾਡੀ ਵੀ ਬੇਨਤੀ ਆ ਵੀ ਇੰਨੀ ਬਹੁਤੀ ਟੇਕ ਨਾ ਰੱਖਿਓ। ਇਹ ਵੀ ਜਿਹੜੇ ਕੈਂਡੀਡੇਟ ਦੇ ਘੱਟ ਸਾਈਨ ਆ ਵੀ ਉਹ ਘੱਟ ਪਾਪੂਲਰ ਆ, ਜਿਹਦੇ ਬਹੁਤ ਗਲੀ ਸਾਈਨ ਲੱਗੇ ਆ ਜਾਣੀ ਉਹ ਬਹੁਤ ਪਾਪੂਲਰ ਆ, ਹਨਾ। ਲੋਕ ਸਾਬਤ ਕਰ ਦਿੰਦੇ ਹੁੰਦੇ ਬਾਅਦ ਦੇ ਵਿੱਚ ਡੱਬੇ ਜਿਹੜੇ ਉਹ ਦੱਸ ਦਿੰਦੇ ਹੁੰਦੇ ਆ ਵੀ ਸਾਈਨਾਂ ਵਾਲੇ ਦੀਆਂ ਜ਼ਿਆਦੀਆਂ ਨਿਕਲੀਆਂ ਕਿ ਜਾਂ ਹੁਣ ਤੁਸੀਂ ਦੇਖੋ ਵੀ ਦਹਾਕਿਆਂ ਤੱਕ ਰਾਜ ਕੀਤਾ ਮਿਸਿਸਾਗਾ ਦੇ ਵਿੱਚ ਮੇਅਰ, ਹੈਨਾ, ਹੇਜ਼ਲ ਮਕੈਲੀਅਨ ਨੇ ਜੀ। ਉਹ ਤਾਂ ਸਾਈਨ ਇੱਕ ਵੀ ਨਹੀਂ ਸੀ ਕਦੀ ਲੱਗਦਾ ਹੋਗਾ, ਇਲੈਕਸ਼ਨ ਦੇ ਵਿੱਚ ਇੱਥੇ ਹੁੰਦੇ ਵੀ ਨਹੀਂ ਸੀ, ਫਿਰ ਵੀ ਜਿੱਤ ਜਾਂਦੇ ਸੀ ਇਲੈਕਸ਼ਨ। ਸੋ ਤੁਹਾਡੇ ਕੰਮ ਬੋਲਣਗੇ, ਤੁਹਾਡੇ ਕੰਮ ਭੈਣ ਭਰਾਓ ਆਪਣੇ ਆਪ ਬੋਲਣਗੇ ਜਿਹੜੇ ਕੈਂਡੀਡੇਟ ਨੇ। ਸਾਈਨ ਜਾਂ ਇਹ ਸ਼ੋਅ ਆਫ ਦੇ ਵਿੱਚ ਬਹੁਤਾ ਪੈਣ ਦੀ ਲੋੜ ਨਹੀਂ ਜੀ। ਸੋ ਇਸ ਕਰਕੇ ਇਹ ਸਾਈਨ ਲਵਾਉਣ ਵਾਲੇ ਭੈਣ ਭਰਾ ਤੇ ਲਾਉਣ ਵਾਲੇ ਭੈਣ ਭਰਾ ਥੋੜੇ ਆਪਣੇ ਖਰਚੇ ਬਚਾ ਕੇ ਚੰਗੇ ਪਾਸੇ ਆਪਣੇ ਕੰਪੇਨ ਦਾ ਜਿਹੜਾ ਮਨੀ ਆ ਉਹ ਖਰਚਿਆ ਜਾ ਸਕਦਾ। ਸਾਈਨਾਂ ਤੇ ਟੇਕ ਸਾਨੂੰ ਪੂਰੀ ਕਮਿਊਨਿਟੀ ਨੂੰ ਬੇਨਤੀ ਕਰਨੀ ਚਾਹੀਦੀ ਹੈ ਤੇ ਇਹਨਾਂ ਤੇ ਜਿੰਨੀ ਘੱਟ ਹੋਏਗੀ ਜੀ ਉਹ ਅੱਛਾ ਰਹੇਗਾ। ਇਹਦੇ ਮੁਕਾਬਲੇ ਜਾਣੀ ਕਿ ਲੋਕਾਂ ਨਾਲ ਅਦਰਵਾਈਜ਼ ਬਹਿ ਕੇ 10 ਮਿੰਟ ਬਿਤਾਓ, ਉਹਨਾਂ ਨੂੰ ਦੱਸੋ ਵੀ ਮੈਂ 8 ਸਾਲ ਪਿੱਛੇ ਕਿੱਥੇ ਸੀ, ਕੀ ਕੀਤਾ ਤੇ ਗਾ ਮੇਰਾ ਕੀ ਪ੍ਰੋਗਰਾਮ ਹੈ। ਉਹਦੇ ਨਾਲ ਜਿਹੜਾ ਜੀ ਪੀ ਮੈਨੂੰ ਲੱਗਦਾ ਉਹ ਟਾਈਮ ਇਨਵੈਸਟ ਕੀਤਾ ਹੋਇਆ ਲੋਕਾਂ ਦੇ ਨਾਲ ਜਿਹੜਾ ਉਹ ਬੈਟਰ ਰਿਟਰਨ ਦੇ ਸਕਦਾ। ਸੋ ਕੁੱਲ ਮਿਲਾ ਕੇ ਆਨਲਾਈਨ ਜੇ ਵੋਟ ਪਾਉਣਾ, ਵੋਟ ਤਾਂ ਨਹੀਂ ਆਨਲਾਈਨ ਪਵੇਗਾ ਲੇਕਿਨ ਕਿ ਰਜਿਸਟਰ ਹੋਏਗਾ ਕਿ ਹਾਂਜੀ ਮੈਂ ਡਾਕ ਰਾਹੀਂ ਆਪਣਾ ਬੈਲਟ ਪੇਪਰ ਜਿਹੜਾ ਚਾਹੀਦਾ ਜੀ, ਉਹਦੇ ਵਾਸਤੇ ਰਜਿਸਟ੍ਰੇਸ਼ਨ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਸੀ ਕੱਲ੍ਹ ਤੋਂ ਸ਼ੁਰੂ ਆਨਲਾਈਨ ਹੋ ਜਾਏਗੀ।
ਉਹ ਫਿਰ ਜਿਹੜੀ ਅੱਜ ਵੀ ਜਾਰੀ ਰਹੇਗੀ ਵੈਸੇ 27 ਮਈ ਤੱਕ, ਪਰ ਅਰਲੀ ਜਿਹੜੀ ਰਿਕੁਐਸਟ ਕਰ ਲੈਣੀ ਚਾਹੀਦੀ ਹੈ। ਜੇ ਵਾਕਈ ਕੋਈ ਜਾ ਕੇ ਉੱਥੇ ਇਨ ਪਰਸਨ ਨਹੀਂ ਵੋਟ ਪਾਈ ਜਾ ਸਕਦੀ ਤਾਂ ਵੈਸੇ ਐਡਵਾਂਸ ਪੋਲ ਦੇ ਜਿਹੜੇ ਜੀ ਵੀ ਉਹ 10 ਦਿਨ ਇਸ ਵਾਰ ਹੋਣਗੇ, ਸੋ ਖੁੱਲ੍ਹਾ ਟਾਈਮ ਹੋਏਗਾ ਵੋਟਰਾਂ ਦੇ ਕੋਲ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦਾ। ਸੋ ਬਾਕੀ ਦੇਖੋ ਜੀ ਵੀ ਲੋਕਾਂ ਨੇ, ਕਈਆਂ ਨੇ 14% ਨੇ ਤੇ ਲਾਗੇ ਜਾ ਕੇ ਹੀ ਮਨ ਬਣਾਉਣਾ ਜੀ। ਜੇ ਲਾਗੇ ਜਾ ਕੇ ਕੀ ਮਨ ਬਣਦਾ ਉਹ ਆਪਾਂ ਨੂੰ ਪਤਾ ਲੱਗ ਜਾਏਗਾ 2 ਜੂਨ ਨੂੰ। ਬਹੁਤ ਬਹੁਤ ਧੰਨਵਾਦ ਜੋਲ ਸਾਹਿਬ ਫॉर योर टाइम। ਥੈਂਕ ਯੂ ਜਸਮੀਨ। ਥੈਂਕ ਯੂ ਸੋ ਮਚ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।